ਭਾਣਾ। ਸਿੱਖਾਂ ਵਿੱਚ ਆਮ ਕਰਕੇ ਲਫ਼ਜ਼ ਭਾਣਾ ਦੇ ਬਹੁਤ ਗਲਤ ਅਰਥ ਕੱਢੇ ਜਾਂਦੇ ਨੇ। ਆਮ ਸਿੱਖ ਸਮਝਦੇ ਨੇ ਕਿ ਸਾਰੀਆਂ ਮੁਸੀਬਤਾਂ, ਤਕਲੀਫਾਂ, ਦੁਰਘਟਨਾਵਾਂ ਜਿਨ੍ਹਾਂ ਉਤੇ ਇਨਸਾਨ ਦਾ ਕਾਬੂ ਨਾ ਹੋਵੇ ਜਾਂ ਜਿਨ੍ਹਾਂ ਦੀ ਇਨਸਾਨ ਨੂੰ ਸਮਝ ਨਾ ਹੋਵੇ, ਉਹ ਸਭ ਵਾਹਿਗੁਰੂ ਦੇ ਨਾਮ ਤੇ ਮੜੀਆਂ ਜਾਣ ਤੇ ਉਹਨਾਂ ਨੂੰ ਹੁਕਮ ਜਾਂ ਭਾਣਾ ਆਖਿਆ ਜਾਵੇ। ਭਾਣੇ ਦੇ ਐਸੇ ਅਰਥਾਂ ਅਨੁਸਾਰ ਇਨਸਾਨ ਦੀਆਂ ਸਭ ਨਾਕਾਮਯਾਬੀਆਂ, ਸਭ ਦੁੱਖਾਂ, ਸਭ ਤਕਲੀਫਾਂ, ਬਿਮਾਰੀਆਂ, ਲੜਾਈਆਂ, ਝਗੜੇ, ਥੋੜਾਂ, ਘਾਟਾਂ, ਚਿੰਤਾਵਾਂ, ਸੋਗ ਆਦਿ ਇਨਸਾਨੀ ਤਜਰਬੇ ਦੇ ਮਾੜੇ ਪਾਸੇ ਦਾ ਕਾਰਨ ਵਾਹਿਗੁਰੂ ਹੁੰਦਾ ਹੈ। ਇਸ ਤਰ੍ਹਾਂ ਸਮਝਣਾ ਵਾਹਿਗੁਰੂ ਨੂੰ ਨਾ ਸਮਝਣਾ ਤੇ ਉਸ ਦੇ ਸੁਭਾਅ ਤੋਂ ਵੀ ਬੜਾ ਬੇਖਬਰ ਹੋਣ ਵਾਲੀ ਗੱਲ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਾਹਿਗੁਰੂ ਦੇ ਸੁਭਾਅ ਸੰਬੰਧੀ ਇਸ ਤਰ੍ਹਾਂ ਦੱਸਿਆ ਗਿਆ ਹੈ, ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਜਪਜੀ ਸਾਹਿਬ, ਪੌੜੀ 6ਵੀਂ। ਜਾਂ ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਸੁਖਮਣੀ ਸਾਹਿਬ ਵਿੱਚ ਆਖਦੇ ਨੇ, ਟੂਟੀ ਗਾਂਢਣਹਾਰ ਗੋਪਾਲ, ਸਰਬ ਜੀਆਂ ਆਪੇ ਪ੍ਰਤਪਾਲ, ਸਗਲ ਕੀ ਚਿੰਤਾ ਜਿਸ ਮਨ ਮਾਹੇ, ਤਿਸ ਤੇ ਬਿਰਥਾ ਕੋਈ ਨਾਹੀ। ਅਥਵਾ ਮਨਸਾ ਪੂਰਨ ਸ਼ਰਨਾ ਜੋਗ, ਜਾਂ ਫਿਰ ਆਪ ਭਲਾ ਕਰਤੂਤ ਅਤ ਨੀਕੀ। ਜਾਂ ਫਿਰ ਸੂਹੀ ਰਾਗ ਵਿੱਚ ਆਖਦੇ ਨੇ, ਕੌੜਾ ਬੋਲ ਨਾ ਜਾਣੈ, ਪੂਰਨ ਭਗਵਾਨੈ, ਔਗਣ ਕੋ ਨਾ ਚਿਤਾਰੇ। ਫਿਰ ਤੇ ਸਵਾਲ ਪੈਦਾ ਹੁੰਦਾ ਹੈ ਕਿ ਇਹੋ ਜਿਹੇ ਗੁਣਾਂ ਜਾਂ ਸਿਫਤਾਂ ਵਾਲਾ ਵਾਹਿਗੁਰੂ ਆਪਣੇ ਜੀਵਾਂ ਨੂੰ ਤਕਲੀਫਾਂ, ਦੁੱਖ ਜਾਂ ਤਸੀਹੇ ਦੇ ਸਕਦਾ, ਜਾਂ ਫਿਰ ਚਿੰਤਾ, ਫਿਕਰ, ਥੋੜ ਜਾਂ ਬਿਮਾਰੀ ਵਿੱਚ ਫਸਾ ਸਕਦਾ? ਜਾਂ ਜੇ ਉਹ ਇਸ ਤਰ੍ਹਾਂ ਕਰ ਸਕਦਾ ਹੈ ਤਾਂ ਫਿਰ ਤਾਂ ਉਹ ਬੜਾ ਨਿਰਦਈ ਹੋਵੇਗਾ। ਆਓ ਜ਼ਰਾ ਇਸ ਖਿਆਲ ਨੂੰ ਦੀਰਘ ਦ੍ਰਿਸ਼ਟੀ ਨਾਲ ਵਿਚਾਰਨ ਦਾ ਯਤਨ ਕਰੀਏ। ਫਰਜ਼ ਕਰੋ ਕਿ ਇੱਕ ਪਿਤਾ ਦੇ 3 ਪੁੱਤਰ ਨੇ। ਪਿਤਾ ਲੱਖਾਪਤੀ ਹੈ, ਆਪਣਾ ਸਾਰਾ ਕੁਝ ਆਪਣੇ ਪੁੱਤਰਾਂ ਨੂੰ ਇੱਕੋ ਜਿਹਾ ਦੇਣਾ ਚਾਹੁੰਦਾ ਹੈ। ਫਰਜ਼ ਕਰੋ ਕਿ ਆਪਣੇ ਪੁੱਤਰਾਂ ਨੂੰ 1-1 ਲੱਖ ਰੁਪਈਆ ਦੇ ਕੇ ਆਖਦਾ ਹੈ, ਪੁੱਤਰੋ ਜਾਓ, ਇਸ ਰੁਪਈਏ ਨਾਲ ਤੁਸੀਂ ਆਪਣੇ ਆਪ ਨੂੰ ਜਿੰਨਾ ਸੁਖੀ ਕਰਨਾ ਚਾਹੋ ਕਰ ਲਓ। ਤੇ ਨਾਲ ਹੀ ਇਹ ਵੀ ਆਖਦਾ ਹੈ, ਜੇ ਤੁਹਾਨੂੰ ਲੋੜ ਹੋਵੇ ਤਾਂ ਤੁਸੀਂ ਮੇਰਾ ਜਾਂ ਮੇਰੇ ਸਮਝਦਾਰ ਮਿੱਤਰਾਂ ਦਾ ਸਲਾਹ ਮਸ਼ਵਰਾ ਵੀ ਲੈ ਸਕਦੇ ਹੋ ਬਈ ਇਸ ਰੁਪਈਏ ਨੂੰ ਕਿਵੇਂ ਵਰਤ ਕੇ ਤੁਸੀਂ ਵੱਧ ਤੋਂ ਵੱਧ ਸੁਖੀ ਬਣ ਸਕਦੇ ਹੋ। ਹੁਣ ਇਹਨਾਂ 3 ਪੁੱਤਰਾਂ ਵਿੱਚੋਂ 2 ਪੁੱਤਰ ਇਹੋ ਜਿਹਾ ਖਿਆਲ ਰੱਖਦੇ ਨੇ ਕਿ ਅਸੀਂ ਸੁਖ ਮਾਣ ਸਕਦੇ ਹਾਂ ਜੇ ਪਿਤਾ ਦੇ ਦਿੱਤੇ ਇਸ ਰੁਪਏ ਨੂੰ ਆਪਣੀ ਅਕਲ ਤੇ ਮਰਜ਼ੀ ਨਾਲ ਵਰਤ ਸਕੀਏ। ਜੇ ਪੈਸਾ ਪਿਤਾ ਜਾਂ ਪਿਤਾ ਦੇ ਮਿੱਤਰਾਂ ਦੀ ਸਲਾਹ ਨਾਲ ਹੀ ਵਰਤਣਾ ਹੈ ਤਾਂ ਫਿਰ ਸਾਡੀ ਆਜ਼ਾਦੀ ਕੀ ਹੋਵੇਗੀ? ਪਰ ਇੱਕ ਪੁੱਤਰ ਦਾ ਖਿਆਲ ਇਹ ਹੈ ਕਿ ਮੇਰਾ ਤਜਰਬਾ ਕਿਉਂਕਿ ਮੇਰੇ ਪਿਤਾ ਜੀ ਜਾਂ ਉਹਨਾਂ ਦੇ ਸਮਝਦਾਰ ਮਿੱਤਰਾਂ ਨਾਲੋਂ ਬਹੁਤ ਘੱਟ ਹੈ, ਇਸ ਲਈ ਕਿਉਂ ਨਾ ਪਿਤਾ ਤੇ ਉਸ ਦੇ ਮਿੱਤਰਾਂ ਦੇ ਲੰਮੇ ਤੇ ਪੁਰਾਣੇ ਤਜਰਬੇ ਤੋਂ ਲਾਭ ਉਠਾਇਆ ਜਾਏ। ਕਿਉਂ ਨਾ ਪਿਤਾ ਦੇ ਦਿੱਤੇ ਹੋਏ ਰੁਪਏ ਨੂੰ ਉਸ ਦੀ ਸਲਾਹ ਨਾਲ ਵਰਤਿਆ ਜਾਵੇ। ਜਦੋਂ ਪਿਤਾ ਨੂੰ ਆਪਣੇ ਪੁੱਤਰਾਂ ਦੇ ਇਹਨਾਂ ਖਿਆਲਾਂ ਦਾ ਪਤਾ ਲੱਗਦਾ ਹੈ ਤਾਂ ਉਹ ਬੜਾ ਗੰਭੀਰ, ਸਿਆਣਾ ਤੇ ਪੁੱਤਰਾਂ ਦਾ ਸ਼ੁਭ ਚਿੰਤਕ ਹੋਣ ਕਰਕੇ ਪੁੱਤਰਾਂ ਨੂੰ ਬੁਲਾ ਕੇ ਕਹਿੰਦਾ ਹੈ ਕਿ ਮੈਂ ਰੁਪਈਆ ਤੁਹਾਨੂੰ ਸੁਖੀ ਬਣਾਉਣ ਦੇ ਖਿਆਲ ਨਾਲ ਦੇ ਰਿਹਾ। ਭਾਵੇਂ ਤੁਸੀਂ ਆਪਣੀ ਮਰਜ਼ੀ ਨਾਲ ਵਰਤ ਕੇ ਸੁਖੀ ਬਣੋ, ਭਾਵੇਂ ਮੇਰੀ ਸਲਾਹ ਲੈ ਕੇ ਸੁਖੀ ਹੋਵੋ, ਮੈਨੂੰ ਤਾਂ ਤੁਹਾਡੇ ਸੁਖੀ ਵਸਣ ਵਿੱਚ ਹੀ ਖੁਸ਼ੀ ਹੈ। ਪਿਤਾ ਦੀ ਇਹ ਗੱਲ ਸੁਣ ਕੇ 2 ਪੁੱਤਰ ਤਾਂ ਪਿਤਾ ਦੇ ਦਿੱਤੇ ਰੁਪਏ ਨੂੰ ਆਪਣੀ ਮਰਜ਼ੀ ਨਾਲ ਵਰਤਦੇ ਨੇ,
ਤੇ ਇੱਕ ਪੁੱਤਰ ਪਿਤਾ ਦੀ ਮਰਜ਼ੀ ਤੇ ਸਲਾਹ ਨਾਲ। ਆਪਣੀ ਮਰਜ਼ੀ ਨਾਲ ਵਰਤਣ ਵਾਲੇ ਪੁੱਤਰਾਂ ਵਿੱਚੋਂ ਇੱਕ ਪੁੱਤਰ ਤਾਂ ਰੁਪਏ ਨੂੰ ਜੂਏ ਵਿੱਚ, ਲਾਟਰੀਆਂ ਵਿੱਚ ਵਿਅਰਥ ਗਵਾ ਕੇ ਕੁਝ ਸਮੇਂ ਬਾਅਦ ਬਿਲਕੁਲ ਗਰੀਬ ਹੋ ਜਾਂਦਾ ਹੈ। ਦੂਸਰਾ ਪੁੱਤਰ ਪਿਤਾ ਦੇ ਰੁਪਏ ਨਾਲ ਅਯਾਸ਼ੀ ਸ਼ੁਰੂ ਕਰਦਾ ਹੈ ਤੇ ਅਯਾਸ਼ੀ ਰਾਹੀਂ ਸੁਖੀ ਹੋਣ ਦਾ ਯਤਨ ਕਰਦਾ ਹੈ। ਸ਼ਰਾਬਖੋਰੀ ਤੇ ਵਿਵਚਾਰ ਕੁਝ ਸਮੇਂ ਮਗਰੋਂ ਉਸ ਦੀ ਸਿਹਤ ਤੇ ਪੈਸੇ ਨੂੰ ਬਰਬਾਦ ਕਰ ਦਿੰਦੇ ਨੇ ਤੇ ਮੁਥਾਜੀ ਦੀ ਹਾਲਤ ਵਿੱਚ ਹਸਪਤਾਲਾਂ ਵਿੱਚ ਰੁਲਣਾ ਸ਼ੁਰੂ ਕਰ ਦਿੰਦਾ ਹੈ। ਤੀਜਾ ਪੁੱਤਰ ਰੁਪਏ ਨੂੰ ਪਿਤਾ ਦੀ ਮਰਜ਼ੀ ਅਨੁਸਾਰ ਵਰਤਦਾ ਹੈ। ਇੱਕ ਛੋਟਾ ਜਿਹਾ ਵਪਾਰ ਕਰਦਾ ਹੈ ਜਿਸ ਦੀ ਆਮਦਨ ਇੰਨੀ ਹੋ ਜਾਏ ਕਿ ਜਿਸ ਨਾਲ ਉਹ ਆਪਣਾ ਤੇ ਆਪਣੇ ਬਾਲ ਬੱਚਿਆਂ ਦਾ ਸੋਹਣਾ ਨਿਰਵਾਹ ਕਰ ਸਕੇ। ਛੋਟਾ ਵਪਾਰ ਕਰਨ ਵਿੱਚ ਉਸ ਨੂੰ ਕਾਫੀ ਸਮਾਂ ਮਿਲ ਜਾਂਦਾ ਹੈ, ਜਿਸ ਕਰਕੇ ਉਹ ਪਵਿੱਤਰ ਤੇ ਚੰਗੇ ਜੀਵਨ ਨੂੰ ਬਣਾਉਣ ਵਾਲੀਆਂ ਕਿਤਾਬਾਂ ਪੜ੍ਹਦਾ ਹੈ। ਆਪਣੇ ਪਿਤਾ ਦੀ ਤੇ ਉਸ ਦੇ ਮਿੱਤਰਾਂ ਦੀ ਸੰਗਤ ਕਰਦਾ ਹੈ, ਉਹਨਾਂ ਦੇ ਤਜਰਬਿਆਂ ਨੂੰ ਵਿਚਾਰਦਾ ਹੈ ਤੇ ਜੀਵਨ ਨੂੰ ਉੱਚੇ ਅਸੂਲਾਂ ਮੁਤਾਬਕ ਢਾਲਦਾ ਹੈ। ਆਪਣੀ ਤੇ ਆਪਣੇ ਪਰਿਵਾਰ ਦੀ ਸਿਹਤ ਤੇ ਵਿੱਦਿਆ ਦਾ ਖਿਆਲ ਰੱਖਦਾ ਹੈ। ਦਿਨ ਰਾਤ ਚਿੰਤਾ ਫਿਕਰ ਤੋਂ ਆਜ਼ਾਦ ਤੇ ਸੁਖੀ ਜੀਵਨ ਬਤੀਤ ਕਰਦਾ ਹੈ। ਵੇਖੋ, ਪਿਤਾ ਨੇ ਤੇ ਤਿੰਨਾਂ ਪੁੱਤਰਾਂ ਨੂੰ ਇੱਕੋ ਜਿਹਾ ਰੁਪਈਆ ਦਿੱਤਾ ਸੀ ਤੇ ਇਸ ਲਈ ਦਿੱਤਾ ਸੀ ਵੀ ਸੁਖੀ ਬਣਨ। ਤਿੰਨਾਂ ਪੁੱਤਰਾਂ ਨੇ ਉਸ ਰੁਪਏ ਨੂੰ ਆਪੋ ਆਪਣੀ ਸਮਝ ਅਨੁਸਾਰ ਵਰਤਿਆ। ਇੱਕ ਨੇ ਪਿਤਾ ਦੀ ਰਾਏ ਲੈਣੀ ਚੰਗੀ ਜਾਣੀ ਤੇ ਦੂਜਿਆਂ ਨੇ ਆਪਣੀ ਅਕਲ ਵਰਤਣੀ। ਆਪਣੀ ਅਕਲ ਨਾਲ ਰੁਪਈਆ ਵਰਤਣ ਵਾਲੇ ਸੁਖੀ ਨਾ ਬਣ ਸਕੇ। ਪਿਤਾ ਦੀ ਰਾਏ ਲੈਣ ਵਾਲਾ ਦੂਜੇ ਦੋਵਾਂ ਨਾਲੋਂ ਵੱਧ ਸੁਖੀ ਰਿਹਾ। ਜਿਹੜੇ ਆਪ ਸੁਖੀ ਨਾ ਬਣ ਸਕੇ, ਕਿ ਉਹ ਆਪਣੇ ਸੁਖੀ ਨਾ ਬਣ ਸਕਣ ਦੀ ਜ਼ਿੰਮੇਵਾਰੀ ਪਿਤਾ ਤੇ ਸੁੱਟ ਸਕਦੇ ਨੇ? ਕੀ ਉਹ ਪਿਤਾ ਨੂੰ ਇਸ ਗੱਲ ਦਾ ਜ਼ਿੰਮੇਵਾਰ ਠਹਿਰਾ ਸਕਦੇ ਨੇ ਕਿ ਪਿਤਾ ਨੇ ਸਾਨੂੰ ਸੁਖੀ ਨਹੀਂ ਬਣਾਇਆ? ਜੇ ਇੱਕ ਦੇ ਨਿਰਧਨ ਤੇ ਦੂਸਰੇ ਦੀ ਸਰੀਰਕ ਅਰੋਗਤਾ ਦਾ ਪਿਤਾ ਜ਼ਿੰਮੇਵਾਰ ਹੋ ਸਕਦਾ ਹੈ, ਜੇ ਅਸੀਂ ਬਦੋ-ਬਦੀ ਐਸੇ ਪਿਤਾ ਨੂੰ ਪੁੱਤਰਾਂ ਦੀ ਅਸਫਲਤਾ ਦਾ ਦੋਸ਼ੀ ਕਰਾਰ ਦਈਏ ਤਾਂ ਕੀ ਇਹ ਗੱਲ ਆਖਣੀ ਚੰਗੀ ਹੋਵੇਗੀ? ਬਸ ਚੰਗੀ ਤਰ੍ਹਾਂ ਸੋਚਿਆ ਪਤਾ ਲੱਗੇਗਾ ਕਿ ਵਾਹਿਗੁਰੂ ਨੇ ਆਪਣੇ ਅਤੁੱਟ ਭੰਡਾਰ ਅਤੇ ਅਖੁੱਟ ਖਜ਼ਾਨੇ ਵਿੱਚੋਂ ਆਪਣੇ ਬੱਚਿਆਂ, ਆਪਣੇ ਪੁੱਤਰਾਂ ਨੂੰ ਸੁਖੀ ਬਣਾਉਣ ਵਾਸਤੇ ਯੁਗਾਂ ਯੁਗਾਂਤਰਾਂ ਤੋਂ ਇਨਸਾਨ ਦੇ ਹਵਾਲੇ ਕੀਤੇ ਹੋਏ ਨੇ। ਵਾਹਿਗੁਰੂ ਦੀ ਸਦਾ ਹੀ ਇਹ ਇੱਛਾ ਹੈ ਕਿ ਉਸ ਦੇ ਪੁੱਤਰ ਸੁਖੀ ਰਹਿਣ, ਪਰ ਇਨਸਾਨ ਸਦਾ ਹੀ ਆਪਣੇ ਮਨ ਦੇ ਮਗਰ ਲੱਗ ਕੇ ਵਾਹਿਗੁਰੂ ਅਤੇ ਪਿਤਾ ਤੇ ਉਸ ਦੇ ਮਿੱਤਰਾਂ, ਸੰਤਾਂ, ਮਹਾਤਮਾਵਾਂ, ਗੁਰਮੁਖਾਂ ਅਥਵਾ ਗੁਰੂਆਂ ਦੀ ਰਾਏ ਨੂੰ ਰੱਦ ਕਰਕੇ ਵਾਹਿਗੁਰੂ ਦੀਆਂ ਦਾਤਾਂ ਨੂੰ ਨਾਜਾਇਜ਼ ਤੌਰ ਤੇ ਵਰਤਦਾ ਹੈ ਤੇ ਬਜਾਏ ਸੁਖੀ ਹੋਣ ਦੇ ਆਪਣੇ ਆਪ ਨੂੰ ਦੁਖੀ ਤੇ ਚਿੰਤਾਵਾਨ ਬਣਾ ਲੈਂਦਾ ਹੈ। ਇਨਸਾਨ ਦੀਆਂ ਸਾਰੀਆਂ ਤਕਲੀਫਾਂ ਦਾ ਕਾਰਨ ਡੂੰਘੀ ਵਿਚਾਰ ਕੀਤਿਆਂ ਇਨਸਾਨ ਦੀ ਬੇਸਮਝੀ ਤੇ ਅਗਿਆਨਤਾ ਹੀ ਨਜ਼ਰ ਆਵੇਗੀ। ਗੁਰੂ ਦੇ ਘਰ ਵਿੱਚ ਮਨਮੁਖ ਤੇ ਗੁਰਮੁਖ ਦਾ ਵੱਡਾ ਫਰਕ ਹੀ ਇਹ ਦੱਸਿਆ ਗਿਆ ਕਿ ਮਨਮੁਖ ਆਪਣੇ ਮਨ ਦੇ ਮਗਰ ਲੱਗ ਕੇ ਸੁਖੀ ਹੋਣਾ ਚਾਹੁੰਦਾ ਹੈ, ਪਰ ਅੰਤ ਵਿੱਚ ਨਿਰਾਸ਼ ਤੇ ਦੁਖੀ ਹੁੰਦਾ ਹੈ, ਅਤੇ ਗੁਰਮੁਖ ਆਪਣੇ ਜੀਵਨ ਨੂੰ ਗੁਰੂ ਦੇ ਤਜਰਬੇ ਦੀ ਰੌਸ਼ਨੀ ਵਿੱਚ ਬਤੀਤ ਕਰਕੇ ਸਦਾ ਚੜ੍ਹਦੀਆਂ ਕਲਾਂ ਵਿੱਚ ਤੇ ਸੁਖੀ ਰਹਿੰਦਾ ਹੈ। ਗੁਰੂ ਜੀ ਨੇ ਸਮਝਾਇਆ, ਸਤਿਗੁਰ ਤੇ ਜੋ ਮੂੰਹ ਫੇਰੈ ਮੱਥੇ ਤਿਨ ਕਾਲੇ, ਅਣਦਿਨ ਦੁੱਖ ਕਮਾਵਦੇ ਨਿਤ ਜੋਹੇ ਜਮ ਜਾਲੇ, ਅਥਵਾ ਗੁਰਮੁਖ ਅਲਿਪਤ ਰਹਿ ਸੰਸਾਰੈ, ਗੁਰ ਕੈ ਤਕੀਏ ਨਾਮ ਆਧਾਰੇ। ਪਰਮੇਸ਼ਰ ਦੀ ਇੱਛਾ ਵਿੱਚ ਖੇਡਣ ਲਈ ਜਾਂ ਉਸ ਤੇ ਚੱਲਣ ਲਈ ਬਹੁਤ ਅਧਿਆਤਮਿਕ ਤਿਆਰੀ ਦੀ ਲੋੜ ਹੈ।
ਇਸ ਰਜ਼ਾ ਦੇ ਅਰਸ਼ੀ ਮਹਿਲਾਂ ਵਿੱਚ ਵਿਚਰਨ ਲਈ ਪੱਕੀ ਤੇ ਦ੍ਰਿੜ ਆਤਮਿਕ ਵਿਸ਼ਵਾਸ ਦੀ ਬੜੀ ਜ਼ਿਆਦਾ ਜ਼ਰੂਰਤ ਹੈ। ਪਰਮਾਤਮ ਇੱਛਾ ਦੀ ਉੱਚੀ ਅਵਸਥਾ ਵਿੱਚ ਉਹ ਗੁਰਮੁਖ ਖੇਡ ਸਕਦਾ ਹੈ ਜਿਸ ਨੂੰ ਰੱਬ ਦੇ ਸੁਭਾਅ ਦਾ ਪੂਰਾ ਪੂਰਾ ਗਿਆਨ ਹੋਵੇ ਤੇ ਉਸ ਗਿਆਨ ਵਿੱਚ ਉਸ ਦਾ ਪੂਰਾ ਨਿਸ਼ਚਾ ਹੋਵੇ। ਇਸ ਖੇਡ ਖੇਡਣ ਵਾਲੇ ਨੂੰ ਇਹ ਜਾਣਨਾ ਜ਼ਰੂਰੀ ਹੈ ਕਿ ਪਹਿਲੀ ਗੱਲ, ਪਰਮੇਸ਼ਰ ਉਸ ਉੱਤੇ ਪ੍ਰਸੰਨ ਹੈ। ਦੂਸਰਾ, ਪਰਮੇਸ਼ਰ ਉਸ ਦੇ ਅੰਗ ਸੰਗ ਹੈ। ਤੀਸਰਾ, ਪਰਮੇਸ਼ਰ ਉਸ ਦਾ ਹਮਦਰਦ ਅਤੇ ਸ਼ੁਭ ਚਿੰਤਕ ਹੈ। ਚੌਥਾ, ਵਾਹਿਗੁਰੂ ਉਸ ਦੀ ਅਰਦਾਸ ਪ੍ਰਵਾਨ ਕਰਦਾ ਹੈ, ਜੋ ਉਹ ਚਾਹੁੰਦਾ ਹੈ ਉਸ ਦੀ ਇੱਛਾ ਪੂਰੀ ਕਰਦਾ ਹੈ। ਪੰਜਵਾਂ, ਉਸ ਨੂੰ ਭਲੇ ਬੁਰੇ ਦੀ ਇੰਨੀ ਸਮਝ ਨਹੀਂ ਜਿੰਨੀ ਵਾਹਿਗੁਰੂ ਨੂੰ ਹੈ। ਇਹ ਵਿਸ਼ਵਾਸ ਉਸ ਦੇ ਹਿਰਦੇ ਵਿੱਚ ਟਿਕਿਆ ਹੁੰਦਾ ਹੈ। ਛੇਵਾਂ, ਉਸ ਦਾ ਅਸਲੀ ਭਲਾ ਇਸ ਗੱਲ ਵਿੱਚ ਹੈ ਕਿ ਜੋ ਪਰਮੇਸ਼ਰ ਨੂੰ ਚੰਗਾ ਲੱਗਦਾ ਹੈ ਉਹੀ ਕੰਮ ਕਰੇ। ਤੇ ਸੱਤਵਾਂ, ਪਰਮੇਸ਼ਰ ਨੂੰ ਉਹ ਗੱਲ ਚੰਗੀ ਲੱਗ ਹੀ ਨਹੀਂ ਸਕਦੀ ਜਿਹੜੀ ਉਸ ਵਾਸਤੇ ਲਾਭਵੰਦੀ ਜਾਂ ਚੰਗੀ ਨਾ ਹੋਵੇ। ਹੁਣ ਗੁਰਮੁਖ ਦੀ ਇਸ ਰੱਬੀ ਇੱਛਾ ਵਿੱਚ ਖੇਡਣ ਦੀ ਅਵਸਥਾ ਹੌਲੀ ਹੌਲੀ ਆਉਂਦੀ ਹੈ। ਇਸ ਵਾਸਤੇ ਹਰ ਗੁਰਮੁਖ ਨੂੰ ਆਪਣੇ ਆਪ ਨੂੰ ਇਸ ਅਵਸਥਾ ਦਾ ਪਾਤਰ ਨਹੀਂ ਸਮਝ ਲੈਣਾ ਚਾਹੀਦਾ। ਜਦੋਂ ਉਹ ਅਸਲ ਅਵਸਥਾ ਵਿੱਚ ਇਸ ਅਵਸਥਾ ਦੇ ਯੋਗ ਹੋ ਜਾਏਗਾ ਨਾ, ਤਾਂ ਉਸ ਨੂੰ ਆਪਣੇ ਆਪ ਹੀ ਆਪਣੇ ਅੰਦਰੋਂ ਹੀ ਇਸ ਗੱਲ ਦੀ ਸਮਝ ਆ ਜਾਏਗੀ